ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ ਟੀਵੀ GURGYAN TV ਗੁਰਗਿਆਨ ਟੀਵੀ ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ ਟੀਵੀ ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ ਟੀਵੀ ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤਿ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਨੇ ਉਹ ਪਿਆਰੇ ਜੋ ਉਡੀਕਦੇ ਨੇ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅੰਦਰੋਂ ਪਾਠ ਦੀ ਧਾਰ ਦਾ ਲਾਹਾ ਲੈ ਰਹੇ ਨੇ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 183 ਦੇ ਉੱਪਰ ਅੰਕਿਤ ਗੌੜੀ ਰਾਗ ਦੀ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦ ਹਨ। ਗੌੜੀ ਰਾਗ ਦਾ 91ਵਾਂ, ਗੁਰੂ ਅਰਜਨ ਦੇਵ ਸਾਹਿਬ ਜੀ ਦਾ 22ਵਾਂ ਸ਼ਬਦ ਸ਼ੁਰੂ ਹੋ ਰਿਹਾ। ਆਓ ਗੁਰੂ ਬਖਸ਼ਿਸ਼ ਦੇ ਪਾਤਰ ਬਣੀਏ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਹੈ, ਗੁਆਰੇਰੀ ਗੌੜੀ ਦੀ ਕਿਸਮ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਿਆਰਾ ਸ਼ਬਦ ਹੈ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਸਤਿਗੁਰ, ਸੰਤ ਤੇ ਸਾਧੂ ਕਿਹਾ। ਆਖੋ ਵਾਹਿਗੁਰੂ। ਸਤਿਗੁਰ ਦਰਸ਼ਨ ਅਗਨ ਨਿਵਾਰੀ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਤਾਂ ਆਪਾਂ ਸਾਰੇ ਹੀ ਕਰਦੇ ਹਾਂ। ਆਪ ਪਾਠ ਕਰਨਾ, ਗੁਰਬਾਣੀ ਦੇ ਦਰਸ਼ਨ ਹੋ ਜਾਂਦੇ ਨੇ। ਤੇ ਗੁਰਬਾਣੀ ਨੂੰ ਸਮਝਦੇ ਹਾਂ, ਅਰਥਾਂ ਨੂੰ ਸਮਝਦੇ ਹਾਂ, ਅਰਥਾਂ ਨੂੰ ਸਿੱਖਦੇ ਹਾਂ, ਫਿਰ ਰਮਜ਼ਾਂ ਸਮਝਣੀਆਂ, ਕਹਾਵਤਾਂ ਸਮਝਣੀਆਂ, ਗੁਰੂ ਸਾਹਿਬ ਦੇ ਉਪਦੇਸ਼ ਸਮਝਣੇ। ਫਿਰ ਉਸ ਵਿੱਚੋਂ ਪਤਾ ਲੱਗਦਾ ਹੈ ਗੁਰੂ ਸਾਹਿਬ ਕਹਿ ਕੀ ਰਹੇ ਨੇ। ਉਹ ਜੋ ਗੁਰੂ ਸਾਹਿਬ ਦੀ ਆਵਾਜ਼ ਹੈ ਉਹ ਸਤਿਗੁਰ ਸਰੂਪ ਹੈ। ਉਸ ਨੂੰ ਮੰਨਣਾ ਹੀ ਦਰਸ਼ਨ ਹੈ। ਉਸ ਗੁਰੂ ਦੀ ਆਵਾਜ਼ ਨੂੰ, ਮੇਰੇ ਗੁਰੂ ਪਾਤਸ਼ਾਹ ਦੇ ਸਤਿਗੁਰ ਸਰੂਪ ਨੂੰ ਆਪਣੀ ਸੋਚ ਤੇ ਸੁਭਾਅ ਤੇ ਲਾਗੂ ਕਰਨਾ ਹੀ ਉਸ ਦੇ ਦਰਸ਼ਨ ਨੇ। ਆਖੋ ਵਾਹਿਗੁਰੂ। ਇਸ ਦੇ ਨਾਲ ਜਿਹੜੀ ਵਿਕਾਰਾਂ ਦੀ ਅੱਗ ਹੈ, ਕੁਸੰਗੀ ਪ੍ਰਭਾਵ, ਕੁਸੰਗੀ ਸੰਸਕਾਰ ਨੇ, ਪਸ਼ੂ ਪ੍ਰਵਿਰਤੀਆਂ ਨੇ, ਕੁਸੰਗੀ ਪ੍ਰਵਿਰਤੀਆਂ ਨੇ, ਇਹ ਅੱਗ ਨਿਵਾਰੀ ਜਾਂਦੀ ਹੈ। ਆਖੋ ਵਾਹਿਗੁਰੂ। ਇਹ ਅੱਗ ਬੁਝ ਜਾਂਦੀ ਹੈ। ਉਸ ਪਾਸੇ ਦੀ ਭਾਵਨਾ ਖਿੱਚ ਅੰਦਰੋਂ ਨਿਕਲ ਜਾਂਦੀ ਹੈ। ਸਤਿਗੁਰ ਭੇਟਤ ਹਉਮੈ ਮਾਰੀ। ਜਦੋਂ ਸਤਿਗੁਰ ਸਰੂਪ ਦੇ ਦੀਦਾਰ ਹੁੰਦੇ ਨੇ ਨਾ, ਸਭ ਤੋਂ ਪਹਿਲਾ ਅਸਰ ਹੁੰਦਾ ਹੈ ਕਿ ਜੋ ਆਪਣੇ ਸੁਭਾਅ ਨੂੰ ਪਰਫੈਕਟ ਮੰਨੀ ਬੈਠਾ, ਆਪਣੀ ਸੋਚ ਨੂੰ ਪਰਫੈਕਟ ਮੰਨੀ ਬੈਠਾ, ਇਹ ਹਉਮੈ ਟੁੱਟ ਜਾਂਦੀ ਹੈ। ਪਤਾ ਲੱਗਦਾ ਨਹੀਂ, ਸੁਭਾਅ ਵਿੱਚ ਕਮਜ਼ੋਰੀਆਂ ਨੇ, ਸੋਚ ਵਿੱਚ ਕਮਜ਼ੋਰੀਆਂ ਨੇ। ਪਹਿਲਾਂ ਜਿੰਨਾ ਚਿਰ ਅਹਮ ਭਾਵ ਸੀ ਆਪਣੇ ਸੁਭਾਅ ਤੇ ਸੋਚ ਤੇ, ਅਗਰ ਕੋਈ ਸੁਭਾਅ ਦੇ ਉਲਟ ਸਿਖਾਉਣਾ ਚਾਹੁੰਦਾ ਹੈ, ਸੋਚ ਦੇ ਉਲਟ ਕੁਝ ਦੱਸਣਾ ਚਾਹੁੰਦਾ, ਉਹਨੂੰ ਕੌੜਾ ਲੱਗਦਾ। ਪਰ ਜਦੋਂ ਇਹ ਹਉਮੈ ਮਿਟ ਜਾਂਦੀ ਹੈ,
ਫਿਰ ਉਹ ਗੁਰੂ ਨੂੰ ਬਾਰ-ਬਾਰ ਪੁੱਛਦਾ ਹੈ, ਮੇਰੇ ਸੁਭਾਅ ਦੀਆਂ ਕਮਜ਼ੋਰੀਆਂ ਦੱਸੋ, ਮੇਰੇ ਸੋਚ ਦੀਆਂ ਕਮਜ਼ੋਰੀਆਂ ਦੱਸੋ। ਮੈਂ ਆਪਣੀ ਸੋਚ ਤੇ ਸੁਭਾਅ ਨੂੰ ਸ਼ਿੰਗਾਰਨਾ ਚਾਹੁੰਦਾ। ਫਿਰ ਇਹ ਦਰਸ਼ਨ ਦੀਦਾਰ, ਸਤਿਗੁਰੂ ਦਾ ਸੰਗ, ਇਹਦੀ ਬੜੀ ਕਿਰਪਾ ਹੁੰਦੀ ਹੈ। ਸਤਿਗੁਰ ਸੰਗ ਨਾਹੀ ਮਨ ਡੋਲੈ। ਫਿਰ ਸਤਿਗੁਰ ਸਰੂਪ ਦਾ ਸੰਗ ਕਰਕੇ ਨਾ ਇਹ ਮਨ ਕੁਸੰਗੀ ਪ੍ਰਭਾਵ ਵਾਲੇ ਪਾਸੇ, ਕੁਸੰਗੀ ਸੰਸਕਾਰਾਂ ਕਰਕੇ, ਬੁਰੀਆਂ ਆਦਤਾਂ ਵਾਲੇ ਪਾਸੇ ਮਨ ਡੋਲਦਾ ਨਹੀਂ। ਅੰਮ੍ਰਿਤ ਬਾਣੀ ਗੁਰਮੁਖ ਬੋਲੈ। ਹੁਣ ਗੁਰੂ ਦੇ ਮੁਖ ਵਿੱਚੋਂ ਅੰਮ੍ਰਿਤਮਈ ਬਾਣੀ ਹੀ ਸਦਾ ਨਿਕਲਦੀ ਹੈ, ਜਿਸ ਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ। ਜਿਹੜਾ ਗੁਰੂ ਸਾਹਿਬ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼, ਸਿੱਖਿਆਵਾਂ ਨੂੰ ਸੋਚ ਸੁਭਾਅ ਤੇ ਲਾਗੂ ਕਰਦਾ ਹੈ, ਉਹ ਸੁਭਾਅ ਵੀ ਗੁਰਮੁਖ ਬਣ ਜਾਂਦਾ, ਉਹ ਜੀਵਨ ਗੁਰਮੁਖ ਬਣ ਜਾਂਦਾ। ਫਿਰ ਉਹ ਗੁਰਮੁਖ ਜੀਵਨ ਜਦੋਂ ਬੋਲਦਾ ਹੈ, ਉਹ ਵੀ ਰੱਬੀ ਵਿਚਾਰਾਂ ਕਰਦਾ ਹੈ, ਅੰਮ੍ਰਿਤਮਈ ਬਾਣੀ ਦੀਆਂ ਵਿਚਾਰਾਂ ਕਰਦਾ ਹੈ। ਫਿਰ ਅੰਦਰ ਇੱਕ ਰਸ, ਇੱਕ ਆਨੰਦ, ਇੱਕ ਨਜ਼ਰੀਆ ਵੱਖਰਾ ਬਣ ਜਾਂਦਾ ਹੈ। ਸਭ ਜਗ ਸਾਚਾ ਜਾਂ ਸੱਚ ਮੈਂ ਰਾਤੇ। ਜਦੋਂ ਸੱਚ ਸਰੂਪ ਵਾਹਿਗੁਰੂ ਜੀ ਦੇ ਪਿਆਰ ਵਿੱਚ ਇਹ ਮਨ ਭਿੱਜਦਾ ਹੈ ਨਾ, ਸਾਰੇ ਸੰਸਾਰ ਵਿੱਚ ਫਿਰ ਸੱਚ ਦਾ ਰੂਪ ਦਿਖਾਈ ਦਿੰਦਾ। ਕਿਵੇਂ? ਇੱਕ ਤਾਂ ਸੁਭਾਅ ਦੇ ਵਿੱਚ ਇਹ ਲਾਗੂ ਕਰਨਾ ਪਵੇਗਾ ਕਿ ਹਰ ਇੱਕ ਥਾਂ ਤੋਂ ਗੁਣ ਦੇਖਣੇ ਨੇ ਤੇ ਗੁਣਾਂ ਨੂੰ ਰੱਬ ਦੀਆਂ ਝਲਕਾਂ ਮੰਨਣਾ ਹੈ। ਜੇ ਵਾਹਿਗੁਰੂ ਜੀ ਗੁਣੀ ਨਿਧਾਨ ਨੇ ਤੇ ਗੁਣ ਉਹਦੀਆਂ ਝਲਕਾਂ ਨੇ, ਹਰ ਇੱਕ ਵਿੱਚੋਂ ਦੇਖਣੇ ਨੇ। ਨੈਚੁਰਲੀ ਇਹ ਫਿਰ ਗੁਣਾਂ ਦੀ ਵਿਚਾਰ ਹੋਏਗੀ, ਪਿਆਰ ਵਧੇਗਾ, ਆਪਸੀ ਸਤਿਕਾਰ ਵਧੇਗਾ, ਏਕਤਾ ਵਧੇਗੀ। ਏਕਤਾ ਟੁੱਟਦੀ ਹੈ ਜਦੋਂ ਕਿਸੇ ਦੇ ਔਗਣ ਫੋਕਸ ਕਰਦੇ ਆ, ਆਪਣੇ ਔਗਣਾਂ ਨੂੰ ਇਗਨੋਰ ਕਰਦੇ ਆ, ਦੂਸਰੇ ਦੇ ਔਗਣਾਂ ਨੂੰ ਫੋਕਸ ਕਰਦੇ ਆ। ਨਜ਼ਰੀਆ ਦੇਖਣ ਦਾ, ਜਦੋਂ ਗੁਣ ਦੇਖਣ ਦੀ ਯੋਗਤਾ ਆਈ ਤੇ ਪਤਾ ਲੱਗੇਗਾ ਸਭ ਕੁਝ ਵਿੱਚ ਵੀ ਜੋ ਗੁਣ ਨੇ, ਗੁਣ ਹੀ ਗੁਣ ਨੇ। ਕੋਈ ਐਸਾ ਵਰਤਾਰਾ ਹੈ ਹੀ ਨਹੀਂ ਜਿੱਥੇ ਗੁਣਾਂ ਦੀ ਝਲਕ ਨਹੀਂ। ਫਿਰ ਜੇ ਧਰਤੀ ਨੂੰ ਧਰਮਸ਼ਾਲਾ ਮੰਨ ਲਿਆ, ਧਰਤੀ ਦੇ ਹਰ ਵਰਤਾਰੇ ਵਿੱਚੋਂ ਧਰਮ ਸਿੱਖਣਾ ਹੈ, ਫਿਰ ਕੋਈ ਐਸਾ ਵਰਤਾਰਾ ਹੀ ਕੋਈ ਨਹੀਂ ਜਿਸ ਵਿੱਚ ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਨਹੀਂ ਪ੍ਰਗਟ ਹੋ ਰਹੇ। ਫਿਰ ਸਾਰਾ ਜੱਗ ਇਹ ਸੱਚੇ ਦਾ ਰੂਪ ਦਿਖਾਈ ਦਿੰਦਾ ਹੈ, ਵਾਹਿਗੁਰੂ ਦਾ ਰੂਪ ਦਿਖਾਈ ਦਿੰਦਾ ਹੈ, ਜਿਸ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਇਹ ਵੇਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਅਰੂਪ ਨਦਰੀ ਆਇਆ। ਇਸ ਅਵਸਥਾ ਵਿੱਚ ਸ਼ੀਤਲ, ਸ਼ਾਂਤ, ਗੁਰ ਤੇ ਪ੍ਰਭ ਜਾਤੇ, ਅੰਦਰ ਇੱਕ ਸ਼ਾਂਤ ਅਵਸਥਾ, ਵਿਕਾਰਾਂ ਤੋਂ ਰਹਿਤ, ਗੁਣਾਂ ਵਿੱਚ ਸ਼ੀਤਲ ਅਵਸਥਾ, ਆਨੰਦ ਰਸ ਦੀ ਅਵਸਥਾ ਮਿਲਦੀ ਕਿਵੇਂ ਹੈ? ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਗੁਰਸਰੂਪ ਦੇ ਦੀਦਾਰ ਹੁੰਦੇ ਨੇ, ਗੁਰਸਰੂਪ ਗੁਰੂ ਦੇ ਉਪਦੇਸ਼ ਨੇ, ਤੇ ਉਪਦੇਸ਼ ਨੂੰ ਜਦੋਂ ਸੋਚ ਸੁਭਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਇਆ ਜਾਂਦਾ ਹੈ, ਫਿਰ ਪ੍ਰਭ ਜਾਤੇ, ਵਾਹਿਗੁਰੂ ਜੀ ਨਾਲ ਗੂੜੀ ਸਾਂਝ ਬਣਦੀ ਹੈ। ਜਾਤੇ, ਪਛਾਤੇ, ਜਾਣਨਾ, ਪਛਾਨਣਾ, ਇਹਦੇ ਅਰਥ ਹੈ ਗੂੜੀ ਸਾਂਝ ਬਣਨੀ, ਗੂੜੀ ਪ੍ਰੀਤ ਬਣ ਜਾਣੀ। ਰਹਾਓ ਇਹ ਸ਼ਬਦ ਦਾ ਸੈਂਟਰਲ ਆਈਡੀਆ ਸੀ। ਫਿਰ ਜਦੋਂ ਇਸ ਤਰੀਕੇ ਨਾਲ ਜੀਵਨ ਜਿਉਇਆ ਜਾਂਦਾ ਹੈ, ਗੁਰੂ ਦੀ ਕਿਰਪਾ ਹੁੰਦੀ ਹੈ, ਉਸ ਨੂੰ ਸੰਤ ਪ੍ਰਸਾਦ ਕਿਹਾ। ਇੱਥੇ ਸੰਤ ਪ੍ਰਸਾਦ ਜਪੈ ਹਰਿ ਨਾਮ। ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਗਿਆਨ ਰੂਪੀ ਨਾਮ ਨੂੰ ਜ਼ਿੰਦਗੀ 'ਚ ਜਿਉਣਾ, ਇਹਦਾ ਜਪਣਾ ਹੈ। ਧਿਆਨ ਰੂਪੀ ਨਾਮ ਨੂੰ ਹਰ ਵੇਲੇ ਯਾਦ ਸ਼ਕਤੀ ਵਿੱਚ, ਅਹਿਸਾਸ ਦੇ ਤਲ ਤੇ, ਮਹਿਸੂਸ ਕਰਨ ਦੇ ਤਲ ਤੇ, ਉਸ ਰਸ ਵਿੱਚ ਜਿਉਣਾ। ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ, ਯਾਦ ਦਾ ਸਿਮਰਨ ਰਸ ਹਰ ਵੇਲੇ। ਵਾਹਿਗੁਰੂ ਜੀ ਦੀ ਭੈ ਭਾਵਨੀ ਵਿੱਚ ਫੈਸਲੇ ਲੈਣੇ, ਵਾਹਿਗੁਰੂ ਜੀ ਦੇ ਗੁਣਾਂ ਵਾਲਾ, ਉਹਦੇ ਨਿਯਮਾਂ ਦੇ ਦਾਇਰੇ ਵਿੱਚ ਜੀਵਨ ਜਿਉਣਾ। ਇਹ ਗੁਰੂ ਦੀ ਕਿਰਪਾ ਨਾਲ ਇਸ ਤਰ੍ਹਾਂ ਧਿਆਨ ਰੂਪੀ ਨਾਮ ਤੇ ਗਿਆਨ ਰੂਪੀ ਨਾਮ ਜਪਣਾ ਹੁੰਦਾ, ਜਪਣ ਦੀ ਯੁਕਤ ਮਿਲਦੀ ਹੈ। ਸੰਤ ਪ੍ਰਸਾਦ ਹਰ ਕੀਰਤਨ ਗਾਉ। ਗੁਰੂ ਦੀ ਕਿਰਪਾ ਨਾਲ ਫਿਰ ਹਰ ਵੇਲੇ ਇੱਥੇ ਕੀਰਤਨ, ਕਿਉਂਕਿ ਅਸੀਂ ਸਰੀਰਕ ਤਲ ਤੇ ਸਭ ਕੁਝ ਦੇਖਦੇ ਹਾਂ ਜੋ ਅੱਖਾਂ ਦੇਖਦੀਆਂ ਨੇ। ਰਾਗੀ ਸਿੰਘ ਜਦੋਂ ਕੀਰਤਨ ਕਰਦੇ ਨੇ, ਉਹ ਤਾਂ ਗੁਰੂ ਦੇ ਉਪਦੇਸ਼ ਵੰਡਦੇ ਨੇ।
ਮਨ ਦਾ ਹਰ ਵੇਲੇ ਕੀਰਤਨ ਕਰਨਾ, ਇੱਕ ਤੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੀ ਭਾਵਨਾ ਵਿੱਚ ਜਿਉਣਾ, ਇੱਕ ਰੱਬੀ ਵਿਚਾਰਾਂ ਕਰਨ ਦੀ ਤੜਫ ਹੋਣੀ, ਇੱਕ ਪਿਆਸ ਹੋਣੀ, ਇੱਕ ਖਿੱਚ ਹੋਣੀ। ਰੱਬੀ ਵਿਚਾਰਾਂ ਕਰੀਏ ਤੇ ਸੁਣੀਏ, ਆਪ ਸਿੱਖੀਏ ਤੇ ਹੋਰਨਾਂ ਨੂੰ ਵੰਡੀਏ, ਆਪ ਉਹਨਾਂ ਵਿਚਾਰਾਂ ਤੋਂ ਪ੍ਰੇਰਿਤ ਹੋਈਏ ਤੇ ਹੋਰਨਾਂ ਨੂੰ ਪ੍ਰੇਰਿਤ ਕਰੀਏ। ਇਸ ਨੂੰ ਕਹਿੰਦੇ ਨੇ ਕੀਰਤਨ ਕਰਨਾ ਹਰ ਵੇਲੇ। ਇਹ ਜੁਗਤ, ਇਹ ਤੜਫ, ਇਹ ਪੀੜਾ, ਇਹ ਲਗਨ ਕਿੱਥੋਂ ਮਿਲਦੀ? ਸੰਤ ਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਗੁਣਾਂ ਵਾਲਾ ਜੀਵਨ ਜਿਉਣਾ ਵੀ ਗੁਣਾਂ ਨੂੰ ਗਾਉਣਾ ਹੈ। ਇਹ ਵੀ ਰੱਬੀ ਜਾਸ, ਰੱਬੀ ਵਡਾਈ, ਰੱਬੀ ਕੀਰਤਨ ਗਾਉਣਾ ਹੈ। ਗੁਣਾਂ ਨਾਲ ਪਰਉਪਕਾਰ ਕਰਨਾ ਵੀ। ਸੰਤ ਪ੍ਰਸਾਦ, ਸਗਲ ਦੁੱਖ ਮਿਟੇ, ਗੁਰੂ ਦੀ ਬਖਸ਼ਿਸ਼ ਦੇ ਨਾਲ। ਇੱਥੇ ਦੁੱਖ ਮਿਟੇ ਤੋਂ ਇਹ ਨਾ ਸਮਝ ਲੈਣਾ ਕਿ ਦੁੱਖ ਆਉਂਦੇ ਨਹੀਂ ਹੈ। ਇਹ ਭੁਲੇਖਾ ਹੈ, ਕਿਉਂਕਿ ਅਸੀਂ ਦੁਨਿਆਵੀ ਨਜ਼ਰੀਏ ਨਾਲ ਦੇਖਦੇ ਹਾਂ ਗੁਰਮਤਿ ਨੂੰ। ਗੁਰੂ ਦੇ ਨਜ਼ਰੀਏ ਨਾਲ ਦੇਖਣਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਤੇ ਦੁੱਖ ਨਹੀਂ ਆਏ ਕਿ ਉਹਨਾਂ ਨੇ ਕੋਈ ਪਾਪ ਕੀਤਾ ਸੀ, ਕੋਈ ਕਤਲ ਕੀਤਾ ਸੀ, ਕੋਈ ਚੋਰੀ ਕੀਤੀ ਸੀ, ਕੋਈ ਡਾਕਾ ਮਾਰਿਆ ਸੀ, ਉਹਨਾਂ ਨੂੰ ਅਰੈਸਟ ਕਰਕੇ ਲੈ ਗਏ ਸਨ, ਤਤੀ ਤਵੀ ਤੇ ਬਿਠਾ ਦਿੱਤਾ ਸੀ। ਇਹਨੂੰ ਤੁਸੀਂ ਕੀ ਕਹੋਗੇ? ਦੁੱਖ ਕਹੋਗੇ? ਜਿਹੜਾ ਇਸ ਤਰ੍ਹਾਂ ਦੀ ਪਰਿਭਾਸ਼ਾ ਵਿੱਚ ਜਿਉਂਦਾ ਹੈ ਨਾ, ਉਹ ਜਦੋਂ ਕਿਸੇ ਪਿਆਰੇ ਦੀ ਜ਼ਿੰਦਗੀ ਦੀ ਪ੍ਰੀਖਿਆ ਹੁੰਦੀ ਹੈ ਨਾ, ਉਹ ਫਿਰ ਆਪਣੇ ਵੱਲੋਂ ਹੀ ਸੋਚਦਾ ਦੁੱਖ ਤਾਂ ਇਹ ਹੈ ਜੀ, ਇਹਦੀ ਸੋਚ 'ਚ ਕੋਈ ਨੁਕਸ ਹੋਏਗਾ ਜੀ, ਇਹਨੂੰ ਜੀ ਜਿਉਣਾ ਨਹੀਂ ਆਉਂਦਾ ਜੀ, ਹੱਦ ਹੋ ਗਈ। ਇੱਥੇ ਦੁੱਖ ਉਹ ਨਹੀਂ ਹੈ। ਇੱਥੇ ਗੁਰੂ ਕੇ ਪਿਆਰਿਆਂ ਦੇ ਅੰਦਰ ਦੁੱਖ ਹੀ ਇਹ ਹੈ ਕਿ ਕਿਤੇ ਜੀਵਨ ਮਨਮੁਖਤਾਈ ਵੱਲ ਨਾ ਚਲਿਆ ਜਾਵੇ। ਸਭ ਤੋਂ ਵੱਡਾ ਦੁੱਖ ਹੈ ਗੁਰੂ ਦੇ ਮਾਰਗ ਤੋਂ ਕਿਤੇ ਤੁਰਨ ਤੋਂ ਰਹਿ ਨਾ ਜਾਈਏ, ਹੋਰ ਪਾਸੇ ਨਾ ਤਿਰਕ ਜਾਈਏ। ਉਹ ਜ਼ਿੰਦਗੀ 'ਚ ਦੁੱਖ ਆਉਂਦੇ ਨੇ ਪਿਆਰਿਓ, ਦੁੱਖ ਅੰਦਰ ਦਰਦ ਦਿੰਦੇ ਨੇ, ਪੀੜਾ ਦਿੰਦੇ ਨੇ, ਪਰ ਗੁਰਸਿੱਖਾਂ ਨੂੰ ਕੋਈ ਪੀੜਾ ਨਹੀਂ ਹੁੰਦੀ। ਉਹਨਾਂ ਨੂੰ ਪਤਾ ਹੈ ਇਹਦੇ 'ਚੋਂ ਹਿਸਟਰੀ ਬਣਦੀ ਹੈ, ਇਹ ਕੁਰਬਾਨੀ ਹੁੰਦੀ ਹੈ। ਆਖੋ ਵਾਹਿਗੁਰੂ। ਉਹਨਾਂ ਦਾ ਨਜ਼ਰੀਆ ਹੀ ਦੁੱਖਾਂ ਪ੍ਰਤੀ ਬਦਲ ਜਾਂਦਾ ਹੈ। ਦੁੱਖ ਮਿਟੇ ਦੇ ਅਰਥ ਹੈ ਦੁੱਖਾਂ ਪ੍ਰਤੀ ਸੋਚ ਹੀ ਬਦਲ ਜਾਂਦੀ ਹੈ। ਹੁਣ ਜਪਜੀ ਸਾਹਿਬ ਵਿੱਚੋਂ ਲੱਖ ਪੜ੍ਹੀ ਜਾਓ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਪਰ ਜਿੰਨਾ ਚਿਰ ਦੁੱਖਾਂ ਨੂੰ ਦਾਤ ਸਮਝਣ ਦੀ ਸੋਝੀ ਨਾ ਆਈ, ਦੁੱਖਾਂ ਦਾ ਵੀ ਨਹੀਂ ਪਤਾ ਲੱਗੇਗਾ। ਪੜ੍ਹੀ ਤੇ ਜਾਂਦੇ ਹਾਂ ਦੁੱਖ ਦਾਰੂ ਸੁੱਖ ਰੋਗ ਭਇਆ, ਪਰ ਨਜ਼ਰੀਆ ਕਿੱਥੇ ਖੜਾ ਹੈ? ਦੁੱਖ ਮੈਡੀਸਨ ਕਿਦੋਂ ਦਿਖਾਈ ਦਿੰਦੇ ਨੇ ਸਾਨੂੰ? ਇਸ ਲਈ ਗੁਰਬਾਣੀ ਨੂੰ ਗੁਰੂ ਦੇ ਨਜ਼ਰੀਏ ਨਾਲ ਸਮਝਣਾ ਹੈ। ਦੁੱਖ ਕੀ ਹੈ? ਦੁੱਖ ਹੈ ਉਹ ਬੰਧਨ, ਜਿਹੜੇ ਬੰਧਨ ਸਾਨੂੰ ਕੁਸੰਗੀ ਪ੍ਰਭਾਵ ਵੱਲ, ਦੁਨਿਆਵੀ ਖਿੱਚ ਵੱਲ ਲੈ ਜਾਂਦੇ ਨੇ, ਦੁਨਿਆਵੀ ਉਲਝਣ ਤਾਣੀ ਵਿੱਚ ਉਲਝਾ ਦਿੰਦੇ ਨੇ। ਸੰਤ ਪ੍ਰਸਾਦ, ਬੰਧਨ ਤੇ ਛੁਟੇ। ਗੁਰੂ ਦੀ ਕਿਰਪਾ ਦੇ ਨਾਲ ਉਹ ਜਿਹੜੇ ਬੰਧਨ ਹਨ, ਉਲਝਣ ਤਾਣੀ ਵਿੱਚ ਫਸਣਾ, ਕੁਸੰਗ ਵਿੱਚ ਫਸਣਾ, ਕੁਸੰਗੀ ਪ੍ਰਭਾਵ ਵਿੱਚ ਫਸ ਜਾਣਾ, ਇਹ ਗੁਰੂ ਦੀ ਕਿਰਪਾ ਨਾਲ ਉਹ ਬੰਧਨ ਟੁੱਟ ਜਾਂਦੇ ਨੇ। ਆਖੋ, ਉਹ ਬੰਧਨ ਆਦਤਾਂ ਵਿੱਚ ਹੁੰਦੇ ਨੇ, ਉਹ ਬੰਧਨ ਭਾਵਨਾਵਾਂ ਵਿੱਚ ਹੁੰਦੇ ਨੇ, ਉਹ ਬੰਧਨ ਸੋਚਾਂ ਵਿੱਚ ਹੁੰਦੇ ਨੇ। ਗੁਰੂ ਦੀ ਕਿਰਪਾ ਭਾਵਨਾ, ਆਦਤਾਂ, ਸੋਚਾਂ ਤੇ ਵਰਤਦੀ ਹੈ। ਆਖੋ ਵਾਹਿਗੁਰੂ। ਸੰਤ ਕਿਰਪਾ ਤੇ ਮਿਟੇ ਮੋਹ ਭਰਮ, ਕਿਉਂਕਿ ਉਹਨਾਂ ਦੇ ਅੰਦਰ ਸੈਲਫਿਸ਼ ਥਾਟ ਵਾਲੀ ਖਿੱਚ ਨਹੀਂ ਹੁੰਦੀ, ਆਪਣੀਆਂ ਦੁਨਿਆਵੀ ਪ੍ਰਾਪਤੀਆਂ ਵਾਲੀ ਸਾਂਝ ਨਹੀਂ ਹੁੰਦੀ। ਉਹਨਾਂ ਦੇ ਅੰਦਰ ਜਜ਼ਬਾ ਗੁਰੂ ਦਾ ਹੁੰਦਾ ਹੈ, ਜਜ਼ਬਾ ਵਾਹਿਗੁਰੂ ਜੀ ਦੇ ਮਾਰਗ ਦਾ ਹੁੰਦਾ ਹੈ। ਨਾ ਉਹਨਾਂ ਦੇ ਅੰਦਰ ਸੈਲਫਿਸ਼ ਥਾਟ ਵਾਲਾ ਮੋਹ ਹੁੰਦਾ ਹੈ, ਜਿਹਨੂੰ ਇਮੋਸ਼ਨਲ ਅਟੈਚਮੈਂਟ ਕਹਿੰਦੇ ਆ। ਮੈਂ ਆਹ ਕਰਾਂ ਤਾਂ ਮੈਨੂੰ ਇਹਦੇ ਤੋਂ ਆਹ ਫਾਇਦਾ ਮਿਲੇ। ਨਹੀਂ, ਇਹ ਨਹੀਂ ਹੁੰਦਾ। ਉਹ ਗੁਰੂ ਦੇ ਜਜ਼ਬੇ ਵਾਲਾ ਜੀਵਨ, ਉਹਦੀ ਸੋਚ ਵੱਖਰੀ ਹੁੰਦੀ ਹੈ। ਤੇ ਉਹਨਾਂ ਦੇ ਅੰਦਰ ਭਰਮ ਨਹੀਂ ਹੁੰਦਾ। ਗੁਰੂ ਦੀ ਕਿਰਪਾ ਨਾਲ ਭਰਮ ਮੋਹ ਸਾਰੇ ਮਿਟ ਜਾਂਦੇ ਨੇ। ਸਾਧ ਰੇਣ ਮੱਜਨ ਸਭ ਧਰਮ, ਫਿਰ ਪਤਾ ਲੱਗਦਾ ਹੈ ਕਿ ਗੁਰੂ ਦੀ ਚਰਨ ਧੂੜੀ। ਗੁਰੂ ਦੇ ਚਰਨ ਕੀ ਹੈ? ਗੁਰ ਉਪਦੇਸ਼। ਗੁਰ ਚਰਨ ਗੁਰ ਸ਼ਬਦ ਹੈ। ਗੁਰੂ ਦਾ ਸ਼ਬਦ, ਗੁਰੂ ਦੇ ਉਪਦੇਸ਼। ਉਪਦੇਸ਼ ਦਾ ਮੱਜਨ, ਮੱਜਨ ਹੁੰਦਾ ਇਸ਼ਨਾਨ, ਰੇਣ ਹੁੰਦਾ ਧੂੜੀ। ਹੁਣ ਦੇਖਿਓ ਇੱਥੇ ਦੋ ਚੀਜ਼ਾਂ ਕਹਿ ਦਿੱਤੀਆਂ। ਅੱਖਰੀ ਅਰਥ ਇਹ ਬਣਦੇ ਨੇ ਕਿ ਗੁਰੂ ਦੇ ਚਰਨਾਂ ਦੀ ਧੂੜੀ ਨਾਲ ਇਸ਼ਨਾਨ।
ਚਰਨਾਂ ਦੀ ਧੂੜੀ, ਚਰਨ ਗੁਰੂ ਦੇ ਉਪਦੇਸ਼ ਨੇ, ਧੂੜੀ ਉਹਦਾ ਪ੍ਰਭਾਵ ਪੈਣਾ ਹੈ। ਉਪਦੇਸ਼ ਚੰਗੇ ਲੱਗਣੇ, ਮਨ ਤੇ ਪ੍ਰਭਾਵ ਪੈ ਜਾਣਾ, ਮੰਨਣ ਦੀ ਭਾਵਨਾ ਜਾਗ ਪੈਣੀ। ਤੇ ਮੱਜਨ ਇਸ਼ਨਾਨ ਕੀ ਹੈ? ਉਹ ਜਪਜੀ ਸਾਹਿਬ ਵਿੱਚ ਪਿਆ ਹੈ। ਗੁਰਬਾਣੀ ਦੀ ਵਿਆਖਿਆ ਗੁਰਬਾਣੀ ਚੋਂ ਸਮਝਣੀ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਇਹ ਇਸ਼ਨਾਨ ਹੈ। ਗੁਰੂ ਦੇ ਉਪਦੇਸ਼ ਮੰਨਣੇ, ਉਪਦੇਸ਼ ਦਾ ਪ੍ਰਭਾਵ ਮਨ ਤੇ ਪੈ ਜਾਣਾ, ਸੁਣ ਕੇ ਉਹਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਮੰਨਣਾ, ਇਹ ਜਿਹੜਾ ਇਸ਼ਨਾਨ ਹੈ ਨਾ, ਇਹੀ ਧਰਮ ਹੈ। ਆਖੋ ਵਾਹਿਗੁਰੂ। ਸਭ ਧਰਮ, ਸਭ ਤੋਂ ਉੱਤਮ ਧਰਮ ਹੀ ਇਹ ਹੈ। ਆਖੋ ਵਾਹਿਗੁਰੂ। ਧਰਮ ਦੀ ਅਸਲੀ ਪ੍ਰਕਿਰਿਆ ਇਹ ਹੈ। ਇਹ ਗਿਆਨ ਰੂਪੀ ਨਾਮ ਦੀ ਸਾਰੀ ਪ੍ਰਕਿਰਿਆ ਹੈ। ਸਾਧ ਕਿਰਪਾਲ ਦਇਆਲ ਗੋਬਿੰਦ। ਇਸ ਤਰੀਕੇ ਨਾਲ ਫਿਰ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਨਾ, ਸੋਚ ਸੁਭਾਅ ਬਦਲਦਾ ਹੈ। ਫਿਰ ਵਾਹਿਗੁਰੂ ਜੀ ਦੀ ਦਇਆ, ਗੋਬਿੰਦ ਵਾਹਿਗੁਰੂ ਜੀ ਦੀ ਦਇਆ ਆਪਣੇ ਆਪ ਹੋ ਜਾਂਦੀ ਹੈ। ਸਾਧਾ ਮਹਿ ਇਹ ਹਮਰੀ ਜਿੰਦ। ਫਿਰ ਅੰਦਰ ਭਾਵਨਾ ਕੀ ਹੈ ਕਿ ਮੇਰੀ ਜਿੰਦ, ਮੇਰਾ ਜੀਵਨ ਗੁਰੂ ਦੇ ਲੇਖੇ ਹੈ। ਸਾਧਾ ਮਹਿ ਆਪਣੇ ਆਪ ਨੂੰ ਗੁਰੂ ਦੇ ਲਈ ਵੇਚ ਦੇਣਾ, ਆਪਣੇ ਆਪ ਨੂੰ ਗੁਰੂ ਦੇ ਕਾਰਜਾਂ ਲਈ ਆਤਮ ਸਮਰਪਿਤ ਕਰ ਦੇਣਾ। ਬਖਸ਼ਿਸ਼ ਤੋਂ ਬਿਨਾਂ ਨਹੀਂ ਹੋਏਗਾ। ਪਰਿਵਾਰ ਦੀ ਉਲਝਣ ਤਾਣੀ, ਕਾਰੋਬਾਰ ਦੀ ਉਲਝਣ ਤਾਣੀ ਨਹੀਂ ਤੁਰਨ ਦੇਗੀ। ਆਖੋ ਵਾਹਿਗੁਰੂ। ਪਰ ਜਦੋਂ ਚੋਟ ਲੱਗੇਗੀ ਨਾ, ਹਿਰਦਾ ਝੰਜੋੜਿਆ ਜਾਏਗਾ, ਅੰਦਰੋਂ ਹਲੂਣਾ ਮਿਲੇਗਾ, ਫਿਰ ਪਤਾ ਲੱਗੇਗਾ ਗੁਰੂ ਦੀਆਂ ਕੁਰਬਾਨੀਆਂ ਦਾ ਕਰਜ਼ਾ ਹੈ ਸਾਡੇ ਤੇ ਗੁਰੂ ਦੇ ਮਾਰਗ ਤੇ ਪਰਉਪਕਾਰ ਕਰਨਾ ਸਾਡਾ ਪ੍ਰਮੁੱਖ ਕਾਰਜ ਹੈ। ਫਿਰ ਆਪਣੀਆਂ ਪਰਿਵਾਰਕ ਉਲਝਣ ਤਾਣੀਆਂ, ਕਾਰੋਬਾਰੀ ਉਲਝਣ ਤਾਣੀਆਂ ਥੋੜ੍ਹੀਆਂ ਥੋੜ੍ਹੀਆਂ ਘਟਾਉਣੀਆਂ ਪੈਣਗੀਆਂ ਤੇ ਇਸ ਪਾਸੇ ਟਾਈਮ ਕੱਢਣਾ ਪਵੇਗਾ। ਆਖੋ ਵਾਹਿਗੁਰੂ। ਅੱਜ ਦੇ ਯੁੱਗ ਵਿੱਚ ਤਾਂ ਇਤਨੀ ਉਲਝਣ ਤਾਣੀ ਬੰਦਾ ਵਧਾਈ ਬੈਠਾ ਹੈ, ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦੇ ਸਕਦਾ, ਬੱਚਿਆਂ ਨੂੰ ਟਾਈਮ ਨਹੀਂ ਦੇ ਸਕਦਾ। ਬੱਚਿਆਂ ਨੂੰ ਸਿੱਖੀ ਸਿਖਾਉਣੀ, ਸੰਸਕਾਰ ਦੇਣੇ, ਪਰਿਵਾਰ ਵਿੱਚ ਏਕਤਾ ਇਤਫਾਕ ਬਣਾਉਣਾ। ਪਿਆਰਿਆ, ਕੁਝ ਕੁ ਉਲਝਣ ਤਾਣੀਆਂ ਘਟਾ, ਦੇਖ ਕਿਹੜੀ ਚੀਜ਼ ਜ਼ਰੂਰੀ ਹੈ। ਉਸ ਤੋਂ ਕਿਤੇ ਜ਼ਰੂਰੀ ਹੈ ਘਰ ਦਾ ਮਾਹੌਲ ਬਣਾਉਣਾ, ਕਿਤੇ ਜ਼ਰੂਰੀ ਹੈ ਗੁਰੂ ਦੇ ਮਾਰਗ ਤੇ ਪਰਉਪਕਾਰੀ ਮਿਸ਼ਨ ਤੇ ਤੁਰਨਾ। ਇਹ ਉਲਝਣ ਤਾਣੀਆਂ ਥੋੜ੍ਹੀਆਂ ਥੋੜ੍ਹੀਆਂ ਘਟਾ, ਇਹਨੂੰ ਬੈਲੈਂਸ ਬਣਾ। ਇਹ ਤਾਂ ਹੀ ਹੋਏਗਾ ਜੇ ਅੰਦਰ ਇਹ ਭਾਵਨਾ ਹੋਏਗੀ ਕਿ ਮੇਰਾ ਜੀਵਨ ਮੇਰੇ ਗੁਰੂ ਦਾ ਹੈ। ਆਖੋ ਵਾਹਿਗੁਰੂ। ਸਾਦਾ ਮੈਂ ਇਹ ਹਮਰੀ ਜਿੰਦ। ਉਂਝ ਬੜਾ ਸੌਖਾ ਹੈ ਪੜ੍ਹਨਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ। ਇਹ ਗੁਰੂ ਨੇ ਮੈਨੂੰ ਮੁੱਲ ਖਰੀਦਿਆ ਹੋਇਆ, ਮੈਂ ਉਹਦਾ ਲਾਲਾ ਗੋਲਾ ਹਾਂ ਤੇ ਮੈਨੂੰ ਇਹ ਲਾਲਾ ਗੋਲਾ ਕਹਾਉਣਾ ਬੜਾ ਸੁਭਾਗਾ ਨਾਮ ਚੰਗਾ ਲੱਗਦਾ ਹੈ। ਬੜਾ ਸੌਖਾ ਹੈ ਪੜ੍ਹਨਾ, ਸੁਣਨਾ ਬੜਾ ਸੌਖਾ ਹੈ, ਪੜ੍ਹ ਸੁਣ ਕੇ ਗਾ ਕੇ ਝੂਮ ਲੈਣਾ ਬੜਾ ਸੌਖਾ ਹੈ। ਪਰ ਗੁਰੂ ਦਾ ਲਾਲਾ ਗੋਲਾ ਬਣਨਾ, ਇਸ ਪੰਕਤੀ ਨੂੰ ਜਿਉਣਾ, ਸਾਦਾ ਮੈਂ ਇਹ ਹਮਰੀ ਜਿੰਦ, ਬੜੀਆਂ ਪ੍ਰੀਖਿਆਵਾਂ ਵਿੱਚੋਂ ਦੀ ਲੰਘਣਾ ਪਵੇਗਾ। ਬਖਸ਼ਿਸ਼, ਆਨੰਦ, ਕਿਆ ਬਾਤ ਹੈ, ਕਮਾਲ ਹੀ ਕਮਾਲ ਹੈ। ਪਰ ਤੁਰੇ ਤੋਂ ਹੀ ਮਿਲੇਗਾ। ਕਿਰਪਾ ਨਿਧ ਕਿਰਪਾਲ ਤੇ ਹਵਉ। ਜੇ ਪਤਾ ਲੱਗ ਜਾਵੇ ਵਾਹਿਗੁਰੂ ਜੀ ਤਾਂ ਹਰ ਵੇਲੇ ਕਿਰਪਾ ਕਰਦੇ ਨੇ, ਉਹ ਤਾਂ ਕਿਰਪਾ ਦੇ ਬਖਸ਼ਿਸ਼ ਦੇ ਖਜ਼ਾਨੇ ਨੇ, ਕਿਰਪਾ ਨਿਧ ਕਿਰਪਾਲੂ ਨੇ। ਉਹਨਾਂ ਵੱਲ ਧਿਆਨ ਹੋਵੇ, ਵਾਹਿਗੁਰੂ ਜੀ ਵੱਲ ਧਿਆਨ ਤੇ ਗੁਰੂ ਵੱਲ ਧਿਆਨ, ਫਿਰ ਇਹ ਜ਼ਿੰਦਗੀ ਆਪਾ ਵਾਰ ਦੇਗਾ ਗੁਰੂ ਵੱਲ, ਗੁਰੂ ਲਈ, ਵਾਹਿਗੁਰੂ ਜੀ ਲਈ। ਉਹ ਪ੍ਰਾਪਤ ਕਿੱਥੋਂ ਹੋਏਗਾ? ਸਾਧ ਸੰਗਤ ਤਾਂ ਬੈਠਣ ਪਾਵੋਂ। ਇੱਥੇ ਹੁਣ ਸੰਗਤ ਵਿੱਚ ਬੈਠਣਾ ਕੀ ਹੈ? ਬੈਠਣਾ ਇਹ ਨਹੀਂ ਹੈ ਕਿ ਸੰਗਤ ਵਿੱਚ ਬੈਠਾ ਹੈ, ਆਨੰਦ ਆ ਨਹੀਂ ਰਿਹਾ, ਨਾਲ ਦਿਆਂ ਨਾਲ ਗੱਲਾਂ ਵੀ ਕਰੀ ਜਾਂਦਾ। ਇਹ ਨਹੀਂ ਹੈ ਸੰਗਤ 'ਚ ਬੈਠਣਾ। ਸੰਗਤ 'ਚ ਬੈਠਣਾ ਇਹ ਵੀ ਨਹੀਂ ਹੈ ਕਿ ਸੰਗਤ ਵਿੱਚ ਬੈਠਾ, ਨੀਂਦ ਆਈ ਜਾਂਦੀ ਹੈ, ਟੋਲੇ ਆਈ ਜਾਂਦੇ ਨੇ, ਗਰਦਨ ਝੁਕੀ ਜਾਂਦੀ ਹੈ, ਪਤਾ ਹੀ ਕੁਛ ਨਹੀਂ ਕੀ ਗਾਇਆ ਜਾ ਰਿਹਾ, ਕੀ ਪੜ੍ਹਿਆ ਜਾ ਰਿਹਾ। ਇਹ ਵੀ ਬੈਠਣਾ ਨਹੀਂ ਹੈ। ਫਿਰ ਸੰਗਤ ਵਿੱਚ ਬੈਠਾ ਹੈ, ਧਿਆਨ ਕਿਤੇ ਹੋਰ ਹੈ, ਅੰਦਰ ਵਿਚਾਰ ਚੱਲੀ ਜਾਂਦੇ ਨੇ, ਗੁਰੂ ਸਾਹਿਬ ਕੀ ਕਹਿ ਰਹੇ ਨੇ, ਧਿਆਨ ਚੇਤਾ ਹੀ ਕੋਈ ਨਹੀਂ। ਇਹ ਵੀ ਬੈਠਣਾ ਨਹੀਂ ਹੈ। ਬੈਠਣ ਦੇ ਅਰਥ ਹੈ ਮਨ ਭਿੱਜ ਜਾਣਾ
ਤੇ ਗੁਰੂ ਸਾਹਿਬ ਜੋ ਕਹਿ ਰਹੇ ਨੇ ਉਸ ਤੋਂ ਕੁਰਬਾਨ ਜਾਣਾ। ਵਾਹ! ਕਮਾਲ ਹੈ ਮੇਰੇ ਗੁਰੂ ਦੀ ਵਿਚਾਰ। ਪਰ ਉਹ ਤਦ ਹੋਏਗੀ ਜੇ ਸਮਝ ਆਏਗੀ। ਇਸ ਲਈ ਅਰਥਾਂ ਸਮੇਤ ਸਹਿਜ ਪਾਠ ਕਰਨਾ, ਗੁਰੂ ਸਾਹਿਬ ਦੀ ਗੁਰਬਾਣੀ ਦੀਆਂ ਕਹਾਵਤਾਂ ਨੂੰ ਸਮਝਣਾ, ਰਮਜ਼ਾਂ ਨੂੰ ਸਮਝਣਾ, ਗੁਰੂ ਸਾਹਿਬ ਜੀ ਦਾ ਗੱਲ ਕਹਿਣ ਦਾ ਅੰਦਾਜ਼, ਸਮਝਾਉਣ ਦਾ ਅੰਦਾਜ਼, ਇਹਨੂੰ ਸਿੱਖਣਾ, ਸਮਝਣਾ ਸੋਨੇ ਤੇ ਸੁਹਾਗਾ ਹੈ। ਇਸ ਲਈ ਇਹ ਯਤਨ ਕੀਤਾ ਹੈ ਅਰਥਾਂ ਸਮੇਤ ਸਹਿਜ ਪਾਠ ਕਰਨ ਦਾ। ਗੁਰੂ ਕੀ ਸੰਗਤ ਵਿੱਚ ਇਹ ਮਨ ਬੈਠਣ ਸਿੱਖ ਜਾਵੇ, ਭਾਵ ਭਿੱਜਣ ਸਿੱਖ ਜਾਵੇ, ਸਿੱਖਣ ਸਿੱਖ ਜਾਵੇ। ਆਖੋ ਵਾਹਿਗੁਰੂ। ਮੋਹ ਨਿਰਗੁਣ ਕੋ ਪ੍ਰਭ ਕੀਨੀ ਦਇਆ। ਫਿਰ ਇਹਨੂੰ ਪਤਾ ਲੱਗਦਾ ਹੈ ਸੁਭਾਅ ਤੇ ਸੋਚ ਦਾ ਨਿਰਗੁਣਿਆਰਾ ਪੱਖ ਦੂਰ ਹੁੰਦਾ ਹੈ। ਗੁਰਮੁਖਤਾਈ ਦਾ ਤੇ ਗੁਰਮਤ ਵਾਲੀ ਸੋਚ ਵਾਲਾ ਪੱਖ ਵੱਧਦਾ ਜਾਂਦਾ ਹੈ। ਵਾਹਿਗੁਰੂ ਜੀ ਨੇ ਮੈਨੂੰ ਨਿਰਗੁਣ ਦੇ ਉੱਪਰ ਦਇਆ ਕੀਤੀ, ਫਿਰ ਐਸਾ ਅੰਦਰ ਇਹਦੇ ਭਾਵਨਾ ਪੈਦਾ ਹੁੰਦੀ ਹੈ, ਅਹਿਸਾਸ ਪੈਦਾ ਹੁੰਦਾ ਹੈ। ਸਾਧ ਸੰਗ ਨਾਨਕ ਨਾਮ ਲਿਆ। ਫਿਰ ਇਹਨੂੰ ਪਤਾ ਲੱਗਦਾ ਹੈ ਨਾਨਕ ਜੀ, ਗੁਰੂ ਕੀ ਸੰਗਤ ਵਿੱਚੋਂ ਗੁਰੂ ਦਾ ਨਾਮ ਮੈਂ ਲੈ ਲਿਆ। ਨਾਮ ਉਪਦੇਸ਼ ਹੈ। ਇੱਥੇ ਨਾਮ ਲੈਣ ਦੇ ਅਰਥ ਹੈ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ, ਗੁਰੂ ਪਾਤਸ਼ਾਹ ਤੋਂ ਸੋਝੀ ਲੈ ਲਈ। ਆਖੋ ਵਾਹਿਗੁਰੂ। ਸੱਚਾ ਗਿਆਨ ਲੈ ਲਿਆ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਦਾ 92ਵਾਂ ਸ਼ਬਦ ਤੇ ਗੌੜੀ ਦੀ ਕਿਸਮ ਗੁਆਰੇਰੀ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ 23ਵਾਂ ਸ਼ਬਦ ਸ਼ੁਰੂ ਹੋ ਰਿਹਾ। ਸਾਧ ਸੰਗ ਜਪਿਓ ਭਗਵੰਤ। ਜਿਨ੍ਹਾਂ ਨੇ ਗੁਰੂ ਕੀ ਸੰਗਤ ਵਿੱਚੋਂ ਗੁਰੂ ਦੇ ਉਪਦੇਸ਼ਾਂ ਰਾਹੀਂ ਰੱਬ ਨੂੰ ਜਪਣਾ ਸਿੱਖ ਲਿਆ। ਕੇਵਲ ਨਾਮ ਦਿਓ ਗੁਰਮੰਤ। ਉਹ ਕਿਵੇਂ? ਗੁਰੂ ਨੇ ਕੇਵਲ ਤੇ ਕੇਵਲ ਜ਼ਿੰਦਗੀ ਨਾਲ ਸੰਬੰਧਿਤ ਮੰਤ ਹੁੰਦਾ ਸਲਾਹ। ਸਲਾਹ ਦਿੱਤੀ। ਸਲਾਹ ਕੀ ਹੈ? ਉਪਦੇਸ਼ ਹੈ, ਗਿਆਨ ਰੂਪੀ ਨਾਮ ਹੈ, ਸੱਚਾ ਗਿਆਨ ਹੈ। ਲਿਆ ਕਿਹਨਾਂ ਨੇ? ਜਿਨ੍ਹਾਂ ਮੰਨ ਲਿਆ। ਆਖੋ ਵਾਹਿਗੁਰੂ। ਜਿਨ੍ਹਾਂ ਨੇ ਮੰਨ ਲਿਆ। ਗੁਰੂ ਨੇ ਗਿਆਨ ਰੂਪੀ ਨਾਮ ਦਿੱਤਾ, ਸਲਾਹ ਦਿੱਤੀ, ਭਾਈ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਜੇ ਮੈਂ ਫਿਰ ਵੀ ਨਿੰਦਾ ਕਰਦਾ ਰਿਹਾ ਤੇ ਮੈਂ ਲਿਆ ਹੀ ਨਹੀਂ ਇਹ ਨਾਮ, ਗੁਰੂ ਤੋਂ ਲਿਆ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਸਗਲ ਸੰਗ ਹਮਕੋ ਬਨਾਈ, ਨਾ ਕੋ ਬੈਰੀ ਨਾ ਹੈ ਬਗਾਨਾ, ਸਗਲ ਸੰਗ ਹਮਕੋ ਬਨਾਈ। ਮੈਨੂੰ ਕਿਸੇ ਨਾਲ ਵੈਰ ਨਹੀਂ, ਮੈਨੂੰ ਕੋਈ ਬੇਗਾਨਾ ਨਹੀਂ, ਸਾਰੇ ਰੱਬ ਦੇ ਬਣਾਏ ਨੇ। ਮੇਰੇ ਅੰਦਰੋਂ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੈਂ ਪਾਈ। ਅੰਦਰੋਂ ਜੈਲਸ ਨਫ਼ਰਤ ਮਿਟ ਗਈ। ਇਹ ਨਾਮ ਸਲਾਹ ਦਿੱਤੀ ਗੁਰੂ ਨੇ, ਗਿਆਨ ਰੂਪੀ ਨਾਮ ਦਿੱਤਾ। ਲਿਆ ਕਿਹਨਾਂ ਨੇ? ਜਿਨ੍ਹਾਂ ਮੰਨ ਲਿਆ। ਆਖੋ ਵਾਹਿਗੁਰੂ। ਜਿਨ੍ਹਾਂ ਮੰਨ ਲਿਆ। ਤਜ ਅਭਿਮਾਨ ਪਹਿ ਨਿਰਵੈਰ। ਅੰਦਰੋਂ ਅਭਿਮਾਨ, ਇਹ ਮੇਰਾ ਸੁਭਾਅ ਠੀਕ ਹੈ, ਮੇਰੀ ਸੋਚ ਠੀਕ ਹੈ, ਇਹ ਮੁੱਕ ਗਿਆ, ਇਹ ਅਭਿਮਾਨ ਟੁੱਟ ਗਿਆ। ਪਤਾ ਲੱਗਿਆ ਗੁਰੂ ਤਾਂ ਕਹਿੰਦੇ ਨੇ ਨਿੰਦਾ ਕਰਨੀ ਨਹੀਂ, ਮੈਂ ਤਾਂ ਨਿੰਦਾ ਕਰੀ ਜਾਂਦਾ। ਮੇਰਾ ਤਾਂ ਨਿੰਦਾ ਦਾ ਆਦਤ ਬਣ ਗਈ ਹੈ, ਬੜਾ ਸਵਾਦ ਆਉਂਦਾ ਹੈ। ਵੀ ਅੱਜ ਪਤਾ ਲੱਗਿਆ ਮੇਰਾ ਸੁਭਾਅ ਪਰਫੈਕਟ ਨਹੀਂ ਹੈ, ਕਮਜ਼ੋਰੀਆਂ ਨੇ, ਅਭਿਮਾਨ ਟੁੱਟ ਗਿਆ। ਆਖੋ ਵਾਹਿਗੁਰੂ। ਫਿਰ ਕਿਤੇ ਜਾ ਕੇ ਨਿਰਵੈਰ ਅਵਸਥਾ ਮਿਲਦੀ ਹੈ, ਗੱਲੀ ਬਾਤੀ ਨਹੀਂ। ਆਠ ਪਹਿਰ ਪੂਜਾ ਗੁਰ ਕੇ ਪੈਰ। ਦਿਨ ਰਾਤ 8 ਪਹਿਰ, ਹਰ ਵੇਲੇ ਗੁਰ ਕੇ ਪੈਰ। ਗੁਰ ਪੈਰ ਕੀ ਹੈ? 8 ਪਹਿਰ ਪੂਜੋ ਗੁਰ ਪੈਰ। ਗੁਰੂ ਪਾਤਸ਼ਾਹ ਦਾ ਗੁਰ ਉਪਦੇਸ਼ ਗੁਰ ਸਰੂਪ ਹੈ, ਸੱਚਾ ਗਿਆਨ, ਉਪਦੇਸ਼, ਸਿੱਖਿਆ ਉਹੀ ਚਰਨ ਨੇ। ਆਖੋ ਭਾਈ। ਗੁਰ ਸਰੂਪ ਹੀ ਚਰਨ ਹੈ ਗੁਰੂ ਦੇ। ਉਹਨੂੰ ਪੂਜਣਾ, ਉਹਨੂੰ ਮੰਨਣਾ ਹੈ, ਮੰਨਣਾ ਹੀ ਪੂਜਣਾ ਹੈ। ਅਬ ਮਤ ਬਿਨ ਸੀ ਦੁਸ਼ਟ ਬੇਗਾਨੀ। ਜਦੋਂ ਮੰਨਿਆ ਨਾ, ਸੁਭਾਅ ਤੇ ਸੋਚ ਤੇ ਲਾਗੂ ਕਰਕੇ ਮੰਨਿਆ, ਫਿਰ ਜਿਹੜੀ ਦੁਸ਼ਟ ਮੱਤ ਸੀ ਨਾ, ਭੈੜੀ ਮੱਤ, ਬੇਗਾਨੀ, ਬੇਗਿਆਨੀ, ਬੇਅਕਲੀ, ਗਿਆਨ ਤੋਂ ਰਹਿਤ, ਨਾ ਸਮਝੀ ਵਾਲੀ ਮੱਤ ਬਿਨਸ ਗਈ। ਆਖੋ ਵਾਹਿਗੁਰੂ। ਕਦੋਂ? ਜਬ ਤੇ ਸੁਣਿਆ ਹਰ ਜਸ ਕਾਨੀ ਰਹਾਓ। ਜਦੋਂ ਆਪਣੇ ਕੰਨਾਂ ਨਾਲ, ਯਾਨੀ ਧਿਆਨ ਦੇ ਕੇ, ਸਮਝ ਕੇ ਹਰੀ ਦਾ ਜਸ ਗੁਰੂ ਤੋਂ ਸੁਣਿਆ, ਰੱਬੀ ਮਾਰਗ ਵਾਲੀ ਜੀਵਨ ਜੁਗਤ ਬਾਰੇ ਗੁਰੂ ਤੋਂ ਸੁਣਿਆ। ਸੁਣਿਆ ਉਹ ਹੁੰਦਾ ਜਿਹੜਾ ਸਮਝਿਆ,
ਤੇ ਸਮਝਿਆ ਉਹ ਹੁੰਦਾ ਜਿਹੜਾ ਜ਼ਿੰਦਗੀ 'ਚ ਲਾਗੂ ਕੀਤਾ। ਆਖੋ ਵਾਹਿਗੁਰੂ। ਫਿਰ ਇਹ ਖੋਟੀ ਮੱਤ ਦੂਰ ਹੋ ਗਈ। ਰਹਾਓ, ਇਹ ਸੈਂਟਰਲ ਆਈਡੀਆ ਹੈ ਸ਼ਬਦ ਦਾ। ਸਹਿਜ ਸੁਖ ਆਨੰਦ ਨਿਧਾਨ। ਫਿਰ ਪਤਾ ਲੱਗਿਆ ਗੁਰੂ ਦੇ ਉਪਦੇਸ਼, ਗਿਆਨ ਰੂਪੀ ਨਾਮ, ਅਡੋਲਤਾ, ਆਤਮਿਕ ਸੁਖ, ਅੰਦਰਲਾ ਆਨੰਦ, ਇਹਦਾ ਖਜ਼ਾਨਾ ਹੈ ਗੁਰੂ ਦਾ ਗਿਆਨ। ਗੁਰੂ ਦੀਆਂ ਸਿੱਖਿਆਵਾਂ ਮੰਨਣ ਤੋਂ ਬਿਨਾਂ ਅਡੋਲਤਾ ਨਹੀਂ ਆਉਂਦੀ। ਬੰਦਾ ਡੋਲ ਜਾਂਦਾ ਹੈ। ਵਿਘਨ ਆਉਂਦੇ ਨੇ, ਮਾਰਗ ਛੱਡ ਜਾਂਦਾ ਗੁਰੂ ਦਾ। ਰੱਬੀ ਮਾਰਗ ਛੱਡ ਜਾਂਦਾ ਹੈ, ਉਲਝਣ ਤਾਣੀ 'ਚ ਫਸ ਜਾਂਦਾ ਹੈ। ਇਸ ਮਾਰਗ ਤੋਂ, ਟਰੈਕ ਤੋਂ ਲਾਂਭੇ ਹੋ ਗਿਆ, ਦੁਬਾਰੇ ਟਰੈਕ ਤੇ ਚੜ੍ਹਨਾ ਬਹੁਤ ਔਖਾ ਹੋ ਜਾਂਦਾ। ਆਖੋ ਵਾਹਿਗੁਰੂ। ਪਰ ਗੁਰੂ ਦੇ ਉਪਦੇਸ਼ ਮੰਨਣ ਵਾਲਾ ਅੰਦਰ ਅਡੋਲਤਾ ਹੁੰਦੀ ਹੈ, ਆਤਮਿਕ ਸੁਖ, ਆਤਮਿਕ ਆਨੰਦ। ਫਿਰ ਉਹਨੂੰ ਪਤਾ ਲੱਗਦਾ ਗੁਰੂ ਦਾ ਗਿਆਨ ਰੂਪੀ ਨਾਮ, ਰੱਬੀ ਗਿਆਨ, ਬ੍ਰਹਮ ਦਾ ਗਿਆਨ, ਗੁਰੂ ਦੇ ਉਪਦੇਸ਼, ਗੁਰ ਸਰੂਪ, ਸਤਿਗੁਰ ਸਰੂਪ, ਇਹ ਖਜ਼ਾਨਾ ਹੈ ਅਡੋਲਤਾ, ਆਤਮਿਕ ਆਨੰਦ ਤੇ ਆਤਮਿਕ ਸੁਖ ਦਾ। ਜਦੋਂ ਵਾਹਿਗੁਰੂ ਜੀ ਦਿੰਦੇ ਨੇ ਨਾ, ਰਾਖਣ ਹਾਰ ਰੱਖ ਲੈ ਨਿਦਾਨ। ਅਸੀਂ ਅਣਜਾਣ ਹਾਂ। ਸਾਨੂੰ ਅਣਜਾਣ, ਨਾ ਸਮਝ ਮਨ ਨੂੰ ਵਾਹਿਗੁਰੂ ਜੀ ਕੁਸੰਗੀ ਪ੍ਰਭਾਵਾਂ ਤੋਂ ਰੱਖ ਲੈਂਦੇ ਨੇ। ਦੁੱਖ ਦਰਦ ਬਿਨ ਸੇ ਭੈ ਪਰਮ, ਭੈ ਦੁਨੀਆ ਦੇ। ਮੇਰੇ ਕੋਲ ਪੈਸਾ ਘਟ ਗਿਆ, ਪ੍ਰਾਪਰਟੀ ਘਟ ਗਈ ਤਾਂ ਕੀ ਬਣੇਗਾ? ਕੁਝ ਨਹੀਂ ਹੋਏਗਾ। ਬਖਸ਼ਿਸ਼ ਹੋ ਗਈ ਤਦ ਵੀ ਸਭ ਕੁਝ ਚੱਲਦਾ ਰਹੇਗਾ। ਵਾਹਿਗੁਰੂ। ਦੁਨਿਆਵੀ ਭੈ ਮੁੱਕ ਜਾਂਦੇ ਨੇ, ਉਹ ਭਰਮ ਚੱਕੇ ਜਾਂਦੇ ਨੇ। ਦੁੱਖ ਜ਼ਿੰਦਗੀ 'ਚ ਬੜੇ ਆਉਂਦੇ ਨੇ, ਦਰਦ ਨਹੀਂ ਹੁੰਦਾ। ਆਖੋ ਵਾਹਿਗੁਰੂ। ਦੁੱਖ ਦਰਦ, ਦੁੱਖਾਂ ਦਾ ਦਰਦ ਬਿੰਸ ਜਾਂਦਾ ਹੈ। ਦੁੱਖ ਨਹੀਂ, ਉਹ ਤਜਰਬਾ ਲੱਗਦੇ ਨੇ। ਦੁੱਖ ਤਜਰਬਾ ਦੇ ਦਿੰਦੇ ਨੇ, ਦੁੱਖ ਸੋਝੀ ਦੇ ਦਿੰਦੇ ਨੇ। ਆਪਣੇ ਬਗਾਨੇ ਦੀ ਪਰਖ ਆ ਜਾਂਦੀ ਹੈ। ਕੌਣ ਦੁੱਖਾਂ 'ਚ ਨਿਭਦਾ ਹੈ, ਕੌਣ ਦੁੱਖਾਂ 'ਚ ਛੱਡ ਜਾਂਦਾ। ਆਖੋ ਵਾਹਿਗੁਰੂ। ਗੁਰੂ ਤੇ ਵਾਹਿਗੁਰੂ ਜੀ ਹਨ ਜਿਹੜੇ ਸਾਥ ਨਹੀਂ ਛੱਡਦੇ। ਬਾਕੀ ਸਾਥ ਕੱਚੇ ਨੇ, ਛੱਡ ਜਾਂਦੇ ਨੇ। ਆਖੋ ਵਾਹਿਗੁਰੂ। ਆਵਣ ਜਾਣ ਰੱਖੇ ਕਰ ਕਰਮ। ਫਿਰ ਵਾਹਿਗੁਰੂ ਜੀ ਕਿਰਪਾ ਕਰਦੇ ਨੇ। ਮਨ ਦਾ ਆਵਣਾ ਜਾਵਣਾ, ਮਨ ਦੇ ਅੰਦਰ ਜਨਮ ਮਰਨ, ਗੁਣਾਂ ਦਾ ਮਰਨਾ, ਉਗਣਾ ਦਾ ਜਨਮ ਲੈਣਾ, ਇਹ ਖਤਮ ਹੋ ਜਾਂਦਾ। ਆਖੋ ਵਾਹਿਗੁਰੂ। ਇਹਦੇ ਤੋਂ ਬਚਾ ਲੈਂਦੇ ਨੇ ਵਾਹਿਗੁਰੂ ਜੀ। ਕਰ ਕਰਮ, ਬਖਸ਼ਿਸ਼ ਕਰਕੇ। ਇਹ ਤੇ ਕਰਮ ਦੇ ਅਰਥ ਬਖਸ਼ਿਸ਼ ਹੈ। ਬਖਸ਼ਿਸ਼ ਕਰਕੇ, ਕਰ ਕਰਮ, ਬਖਸ਼ਿਸ਼ ਕਰਕੇ ਵਾਹਿਗੁਰੂ ਜੀ ਬਚਾ ਲੈਂਦੇ ਨੇ। ਫਿਰ ਮਹਿਸੂਸ ਹੁੰਦਾ ਭੇਖੈ ਬੋਲੇ ਸੁਣੈ ਸਭ ਆਪ। ਵਾਹਿਗੁਰੂ ਜੀ ਸਾਡਾ ਬੋਲਣਾ, ਸੁਣਨਾ, ਦੇਖਣਾ, ਇਹ ਸਭ ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਚੱਲ ਰਿਹਾ ਹੈ, ਉਹਦੀ ਨਜ਼ਰ ਵਿੱਚ ਚੱਲ ਰਿਹਾ ਹੈ। ਸਦਾ ਸੰਗ ਤਾਂ ਕਉ ਮਨ ਜਾਪ। ਉਹ ਤੇ ਸਦਾ ਸਾਡੇ ਅੰਗ ਸੰਗ ਹੈ। ਅਰਥਾਤ ਤੇ ਐਸੀ ਕੋਈ ਜਗ੍ਹਾ ਹੀ ਨਹੀਂ ਹੈ ਜਿੱਥੇ ਉਹ ਨਹੀਂ ਹੈ। ਫਿਰ ਮਨ ਨੂੰ ਉਸ ਦਾ ਜਪਣਾ ਆ ਜਾਂਦਾ ਹੈ, ਗੁਰਮਤਿ ਅਨੁਸਾਰ ਜਪਣਾ। ਹਿੰਦੂਇਜ਼ਮ ਅਨੁਸਾਰ ਜਪਣਾ ਹੋਰ ਚੀਜ਼ ਹੈ, ਯੋਗ ਮਤ ਅਨੁਸਾਰ ਜਪਣਾ ਹੋਰ ਹੈ, ਬੌਧ ਮਤ ਅਨੁਸਾਰ ਜਪਣਾ ਅਲੱਗ ਕਿਸਮ ਦਾ ਹੈ, ਜੈਨ ਮਤ ਵਾਲਿਆਂ ਦਾ ਜਪਣਾ ਅਲੱਗ ਕਿਸਮ ਦਾ ਹੈ, ਇਸਲਾਮ ਵਾਲਿਆਂ ਦਾ ਅਲੱਗ ਕਿਸਮ ਦਾ ਹੈ। ਸਾਨੂੰ ਕੰਪੈਰੇਟਿਵ ਸਟੱਡੀ ਕਰਨੀ ਚਾਹੀਦੀ ਹੈ। ਗੁਰਮਤਿ ਦਾ ਜਪਣਾ ਕਮਾਲ ਹੀ ਕਮਾਲ ਹੈ। ਸੰਤ ਪ੍ਰਸਾਦ ਭਇਓ ਪ੍ਰਗਾਸ। ਫਿਰ ਗੁਰੂ ਦੀ ਕਿਰਪਾ ਹੁੰਦੀ ਹੈ, ਅੰਦਰ ਸੋਝੀ ਵੀ, ਅੰਦਰ ਖੇੜਾ ਵੀ, ਪ੍ਰਗਾਸ ਪੈਦਾ ਹੋ ਜਾਂਦਾ ਹੈ ਸੰਤ ਪ੍ਰਸਾਦ ਗੁਰੂ ਦੀ ਕਿਰਪਾ ਨਾਲ। ਪੂਰ ਰਹੇ ਏਕੈ ਗੁਣ ਤਾਸ। ਫਿਰ ਸਮਝ ਪੈਂਦੀ ਹੈ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ ਹਰ ਥਾਂ ਤੇ ਨੇ। ਸਾਰੇ ਵਰਤਾਰੇ, ਹਰ ਵਰਤਾਰੇ ਵਿੱਚ ਉਹ ਰੱਬੀ ਗਿਆਨ ਬਣ ਕੇ ਹੈ। ਹਰ ਵਰਤਾਰੇ ਵਿੱਚ ਗੁਣਾਂ ਦੀਆਂ ਝਲਕਾਂ ਬਣ ਕੇ ਵਾਹਿਗੁਰੂ ਜੀ ਹਨ। ਕਹਿਤ ਪਵਿੱਤਰ ਸੁਣਤ ਪੁਨੀਤ। ਇੱਥੇ ਦੋ ਸ਼ਬਦ ਨੇ, ਪਵਿੱਤਰ ਤੇ ਪੁਨੀਤ। ਅਸੀਂ ਕਈ ਵਾਰੀ ਸੁਣੇ ਸੁਣਾਏ ਅਰਥ ਕਰਦੇ ਹਾਂ ਜੀ। ਉੱਥੇ 3 ਵਾਰੀ ਲਿਖਿਆ ਜੀ ਪਵਿੱਤਰ 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 ਪੁਨੀਤ। ਇਹਦਾ ਮਤਲਬ ਪੁਨੀਤ ਜਿਹੜਾ ਜੀ ਪਵਿੱਤਰ ਤੋਂ 3 ਗੁਣਾ ਉੱਪਰ ਹੁੰਦਾ ਹੈ। ਨਹੀਂ, ਐਸਾ ਨਹੀਂ ਹੈ। ਇੱਥੇ ਕਹਿਣ ਵਾਲਾ ਵੀ ਪਵਿੱਤਰ ਹੈ ਤੇ ਸੁਣਨ ਵਾਲਾ ਵੀ ਪਵਿੱਤਰ ਹੈ। ਦੋਨੋਂ ਸ਼ਬਦ ਅਲੱਗ-ਅਲੱਗ ਰਮਜ਼ ਵਿੱਚ ਨੇ। ਇਹ ਨਹੀਂ ਹੈ ਕਿ ਪਵਿੱਤਰ ਛੋਟਾ ਤੇ ਪੁਨੀਤ ਵੱਡਾ ਹੈ। ਇਹ ਅਸੀਂ ਸੁਣੇ ਸੁਣਾਏ ਕਈ ਵਾਰੀ ਅਰਥ ਕਰ ਦਿੰਦੇ ਹਾਂ। ਠੀਕ ਹੈ, ਕਿਸੇ ਨੇ ਕਿਹਾ, ਉਹਦਾ ਆਪਣਾ ਨਜ਼ਰੀਆ।
ਪਰ ਐਸਾ ਨਹੀਂ ਹੈ ਉੱਥੇ ਪਵਿੱਤਰ 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 ਪੁਨੀਤ ਦੇ ਅਰਥ ਕਤੀ ਵੀ ਇਹ ਨਹੀਂ ਬਣ ਸਕਦੇ ਜਿਹੜੇ ਗੁਰਬਾਣੀ ਗ੍ਰਾਮਰ ਨੂੰ ਸਮਝਣ ਦਾ ਯਤਨ ਕਰਿਓ, ਗੁਰਬਾਣੀ ਦੀ ਸ਼ਬਦਾਵਲੀ ਨੂੰ ਸਮਝਣ ਦਾ ਯਤਨ ਕਰਿਓ, ਗੁਰਬਾਣੀ ਦੇ ਕਨਸੈਪਟ ਨੂੰ ਸਮਝਣ ਦਾ ਯਤਨ ਕਰਿਓ। ਉੱਥੇ ਇਹ ਅਰਥ ਕਤੀ ਨਹੀਂ ਬਣ ਸਕਦੇ ਕਿ ਪਵਿੱਤਰ ਪਲੱਸ ਪਵਿੱਤਰ ਇਕੁਅਲ ਟੂ ਪੁਨੀਤ, ਐਸਾ ਨਹੀਂ ਹੈ। ਕਾਵਿ ਰਚਨਾ ਦੇ ਵਿੱਚ 2 ਵਾਰੀ ਵਰਤਿਆ ਜਾਂਦਾ ਹੈ, ਕਹਿਣਾ ਸੁਣਨਾ ਪਵਿੱਤਰ ਹੋ ਜਾਂਦਾ ਹੈ। ਆਖੋ ਵਾਹਿਗੁਰੂ। ਗੁਣ ਗੋਬਿੰਦ ਗਾਵਹਿ ਨਿਤ ਨੀਤ, ਜਿਹੜੇ ਹਰ ਵੇਲੇ ਗੁਣ ਗਾਉਣ ਦੀ ਜੁਗਤ ਸਿੱਖ ਲੈਂਦੇ ਨੇ। ਗੁਣਾਂ ਵਾਲਾ ਜੀਵਨ ਜਿਉਣਾ ਸ਼ੁਕਰਾਨਾ, ਗੁਣਾਂ ਨਾਲ ਪਰਉਪਕਾਰ ਕਰਨਾ ਸ਼ੁਕਰਾਨਾ, ਗੁਣਾਂ ਦੀ ਡਿਸਕਸ਼ਨ ਕਰਨੀ ਸਿੱਖਣ ਤੇ ਵੰਡਣ ਦੀ ਭਾਵਨਾ ਨਾਲ। ਇਹ 3 ਚੀਜ਼ਾਂ ਨੇ। ਗੁਣਾਂ ਨੂੰ ਗਾਉਣਾ ਹਰ ਵੇਲੇ ਇਹ ਭਾਵਨਾ। ਕਹੋ ਨਾਨਕ ਜਾ ਕੋ ਹੋ ਕਿਰਪਾਲ, ਨਾਨਕ ਜੀ ਕਹੋ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨਾਨਕ ਸ਼ਬਦ ਕੇ ਵਰਤ ਕੇ ਸਾਨੂੰ ਸਿਖਾ ਰਹੇ ਨੇ। ਜਦੋਂ ਕਿਰਪਾ ਹੁੰਦੀ ਨਾ ਵਾਹਿਗੁਰੂ ਜੀ ਦੀ, ਜਾਂ ਇੱਦਾਂ ਕਹਿ ਲਓ ਜੋ ਪ੍ਰਾਪਤੀਆਂ ਹੁੰਦੀਆਂ ਵਾਹਿਗੁਰੂ ਜੀ ਦੀ ਕਿਰਪਾ ਹੈ, ਇਹੀ ਨਿਸ਼ਾਨੀ ਹੈ। ਇੱਦਾਂ ਨਹੀਂ ਹੁੰਦਾ ਕਿਸੇ ਦੀ ਜੇਬ ਫਰੋਲ ਕੇ ਦੇਖਾਂਗੇ ਇਹਦੇ ਕੋਲ ਕਿਰਪਾ ਹੈਗੀ ਕਿ ਨਹੀਂ ਹੈਗੀ ਹੈ। ਅਸੀਂ ਕਿਸੇ ਦੇ ਮੱਥੇ ਤੇ ਦੇਖਾਂਗੇ ਵੀ ਲਿਖਿਆ ਵੀ ਇਹਦੇ ਕੋਲ ਬਖਸ਼ਿਸ਼ ਹੈਗੀ ਕਿ ਨਹੀਂ ਹੈਗੀ। ਆਹ ਨਿਸ਼ਾਨੀਆਂ ਹੀ ਨੇ ਕਿ ਬਖਸ਼ਿਸ਼ ਹੈ। ਬਹੁਤ ਐਸੇ ਕਾਰਜ ਨੇ ਜਿਹੜੇ ਬਖਸ਼ਿਸ਼ ਤੋਂ ਬਿਨਾਂ ਕਤੀ ਨਹੀਂ ਹੋ ਸਕਦੇ। ਡੁੱਲ ਜਾਏਗਾ ਮਨ। ਤਿਸ ਜਨ ਕੀ ਸਭ ਪੂਰਨ ਘਾਲ, ਜਿਨ੍ਹਾਂ ਤੇ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਨੇ ਨਾ, ਉਹਨਾਂ ਦੀ ਜ਼ਿੰਦਗੀ ਦੀ ਮਿਹਨਤ ਸਫਲ ਹੁੰਦੀ ਹੈ। ਦੁਨਿਆਵੀ ਪ੍ਰਾਪਤੀਆਂ ਦੀ ਮਿਹਨਤ ਨਹੀਂ, ਗੁਰੂ ਦੇ ਮਾਰਗ ਦੀ ਮਿਹਨਤ, ਗੁਰੂ ਦੇ ਮਿਸ਼ਨ ਤੇ ਪਰਉਪਕਾਰੀ ਬਣ ਕੇ ਤੁਰਨ ਦੀ ਮਿਹਨਤ ਸਫਲ ਹੁੰਦੀ ਹੈ। ਗੌੜੀ ਗੁਆਰੇਰੀ ਮਹੱਲਾ 5ਵਾਂ। ਅਗਲਾ ਸ਼ਬਦ ਗੌੜੀ ਰਾਗ ਵਿੱਚ ਗੌੜੀ ਗੁਆਰੇਰੀ। ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 24ਵਾਂ ਅਤੇ ਗੌੜੀ ਰਾਗ ਦਾ 93ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ। ਬੰਧਨ ਤੋੜ ਬੁਲਾਵੈ ਰਾਮ, ਇਹਨੂੰ ਕਹਿੰਦੇ ਨੇ ਵਾਹਿਗੁਰੂ ਜੀ ਨੇ ਸਾਰੇ ਬੰਧਨ ਤੋੜ ਦਿੱਤੇ ਤੇ ਮਨ ਨੂੰ ਅੰਦਰ ਬੁਲਾ ਲਿਆ ਇਸ ਮਾਰਗ ਤੇ ਤੁਰਨ ਵਾਸਤੇ। ਮਨ ਮਹਿ ਲਾਗੈ ਸਾਚ ਧਿਆਨ, ਹਰ ਵੇਲੇ ਮਨ ਦੇ ਅੰਦਰ ਧਿਆਨ ਵਾਹਿਗੁਰੂ ਜੀ ਵੱਲ ਹੁੰਦਾ ਹੈ। ਵਾਹਿਗੁਰੂ ਜੀ ਦੇ ਗੁਣਾਂ ਵੱਲ ਧਿਆਨ ਹੁੰਦਾ ਹੈ। ਵਾਹਿਗੁਰੂ ਜੀ ਦੀ ਭੈ ਭਾਵਨੀ ਵੱਲ ਧਿਆਨ ਹੁੰਦਾ ਹੈ। ਵਾਹਿਗੁਰੂ ਜੀ ਦੇ ਮਾਰਗ ਤੇ ਤੁਰਨ ਦਾ ਧਿਆਨ ਹੁੰਦਾ ਹੈ। ਗੁਰੂ ਦੇ ਮਾਰਗ ਤੇ ਤੁਰਨ ਦਾ ਜਿਹਦਾ ਹਰ ਵੇਲੇ ਧਿਆਨ ਨਹੀਂ ਤੁਰ ਸਕੇਗਾ। ਮਿਟੈ ਕਲੇਸ਼ ਸੁਖੀ ਹੋਏ ਰਹੀ ਹੈ। ਅੰਦਰ ਇੱਕ ਕਲੇਸ਼ ਹੈ। ਗੁਰੂ ਦਾ ਉਪਦੇਸ਼ ਕੁਛ ਹੋਰ ਕਹਿ ਰਿਹਾ, ਮਨ ਕੁਛ ਹੋਰ ਕਹਿ ਰਿਹਾ। ਮਨ ਕੁਛ ਹੋਰ ਕਹਿ ਰਿਹਾ, ਮਤ ਕੁਛ ਹੋਰ ਕਹਿ ਰਹੀ ਹੈ। ਅੰਦਰੋਂ ਦੁਬਿਧਾ ਵਿੱਚ ਹੈ। ਜਦੋਂ ਇਹ ਅੰਦਰਲਾ ਕਲੇਸ਼ ਮੁੱਕ ਜਾਂਦਾ ਹੈ ਨਾ, ਮਿਟ ਜਾਂਦਾ ਹੈ। ਮਤ ਉਹੀ ਕਹਿ ਰਹੀ ਹੈ ਜੋ ਗੁਰੂ ਕਹਿ ਰਹੇ ਨੇ। ਜੋ ਗੁਰੂ ਸਾਹਿਬ ਦਾ ਨਜ਼ਰੀਆ ਉਹੀ ਮਤ ਦਾ ਸੋਚਣ ਦਾ ਨਜ਼ਰੀਆ ਬਣ ਜਾਂਦਾ ਹੈ। ਤੇ ਮਨ ਗੁਰਮੁਖ ਹੁੰਦਾ, ਫਿਰ ਮਨ ਦਾ ਨਜ਼ਰੀਆ ਵੀ ਉਹੀ ਬਣ ਜਾਂਦਾ ਹੈ। ਫਿਰ ਗੁਰੂ ਦਾ ਨਜ਼ਰੀਆ ਉਹੀ ਹੈ ਜੋ ਅੰਦਰ ਬੈਠੇ ਹੋਏ ਵਾਹਿਗੁਰੂ ਜੀ ਦਾ ਨਜ਼ਰੀਆ ਉਹੀ ਹੈ। ਵਾਹਿਗੁਰੂ ਜੀ ਦਾ, ਗੁਰੂ ਦਾ, ਮਤ ਦਾ, ਮਨ ਦਾ ਇੱਕੋ ਹੀ ਨਜ਼ਰੀਆ ਹੋ ਗਿਆ। ਇਹਨੂੰ ਕਹਿੰਦੇ ਨੇ ਕਲੇਸ਼ ਮਿਟ ਗਿਆ। ਅੰਦਰ ਆਤਮਿਕ ਸੁੱਖ, ਉਹਦੇ ਵਿੱਚ ਫਿਰ ਜਿਉਣਾ ਕਮਾਲ ਹੀ ਕਮਾਲ ਹੈ। ਐਸਾ ਦਾਤਾ ਸਤਿਗੁਰ ਕਹੀਐ, ਐਸੇ ਨੇ ਸਤਿਗੁਰੂ ਜੀ। ਇਹ ਦਾਤ ਦਿੰਦੇ ਨੇ ਗੁਰਦਾਤਾ। ਸਤਿਗੁਰੂ ਜੀ ਜੋ ਦਾਤ ਦਿੰਦੇ ਨੇ ਨਾ, ਅਸੀਂ ਦੁਨਿਆਵੀ ਮੰਗਾਂ ਮੰਗਦੇ ਹਾਂ, ਦੁਨਿਆਵੀ ਪਦਾਰਥ ਮੰਗਦੇ ਹਾਂ। ਸਾਨੂੰ ਸਿਖਾਇਆ ਹੀ ਇੱਦਾਂ ਗਿਆ। ਬਹੁਤ ਸਾਰਾ ਪੈਸਾ ਪ੍ਰਾਪਰਟੀ ਬਣ ਗਈ, ਘਰ ਬਣ ਗਿਆ, ਗੁਰੂ ਦਾ ਦਿੱਤਾ ਹੈ। ਇਹ ਗੁਰੂ ਦਾ ਨਜ਼ਰੀਆ। ਗੁਰੂ ਤਾਂ ਅਨੰਦਪੁਰ ਸਾਹਿਬ ਛੱਡਣ ਲੱਗਿਆ ਸੈਕਿੰਡ ਲਾਉਂਦੇ ਸੀ। ਅਸੀਂ ਆਪਣਿਆਂ ਨਾਲ ਲੜਾਂਗੇ ਛੋਟੀ ਛੋਟੀ ਪ੍ਰਾਪਰਟੀ ਪਿੱਛੇ। ਨਹੀਂ, ਗੁਰੂ ਦੇ ਨਜ਼ਰੀਏ ਨੂੰ ਸਮਝਣਾ। ਕੈਸਾ ਦਾਤਾ ਹੈ, ਕਿਹੜੀਆਂ ਦਾਤਾਂ ਦਿੰਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ। ਇਸ ਲਈ ਅਰਥਾਂ ਸਮੇਤ ਸਹਿਜ ਪਾਠ ਨੇ ਬੜੇ ਭਰਮ ਭੁਲੇਖੇ ਦੂਰ ਕਰਨੇ ਨੇ, ਬੜੇ ਕਪਟ ਜਿਹੜੇ ਆ ਨਾ ਅੰਦਰਲੇ ਕਪਾਟ ਖੋਲ੍ਹਣੇ ਨੇ। ਕਮਾਲ ਹੈ। ਗੁਰਬਾਣੀ ਅੰਦਰ ਕੁਛ ਹੋਰ ਹੈ, ਮੈਨੂੰ ਕੁਛ ਹੋਰ ਸਿਖਾਇਆ ਗਿਆ। ਮੈਂ ਤਾਂ ਕੁਛ ਹੋਰ ਸਮਝਦਾ ਸੀ। ਗੁਰਬਾਣੀ ਅੰਦਰ ਤਾਂ ਧਰਮ ਦਾ ਤਰੀਕਾ ਹੀ ਕਮਾਲ ਦਾ ਸਿਖਾਇਆ ਗਿਆ। ਸੋ ਸੁਖ ਦਾਤਾ ਜੇ ਨਾਮ ਜਪਾਵੈ, ਉਹ ਸੁੱਖਾਂ ਦੇ ਦਾਤੇ ਨੇ ਗੁਰੂ ਸਾਹਿਬ। ਨਾਮ ਜਪਾਉਂਦੇ ਨੇ। ਉਹ ਜੋ ਗਿਆਨ ਰੂਪੀ ਨਾਮ ਦਿੰਦੇ ਨੇ ਨਾ, ਉਹਨੂੰ ਜ਼ਿੰਦਗੀ 'ਚ ਜਿਉਣਾ ਸਿਖਾਉਂਦੇ ਨੇ। ਆਖੋ ਵਾਹਿਗੁਰੂ। ਇਹ ਗਿਆਨ ਰੂਪੀ ਨਾਮ ਦਾ ਜਪਣਾ ਹੈ। ਕਰ ਕਿਰਪਾ ਤਿਸ ਸੰਗ ਮਿਲਾਵੈ ਰਹਾਓ, ਕਿਰਪਾ ਕਰਦੇ ਨੇ। ਫਿਰ ਗੁਰੂ ਦੇ ਉਪਦੇਸ਼ ਦੇ ਨਾਲ ਸੰਗ ਮਿਲਾ ਦਿੰਦੇ ਨੇ। ਮਨ ਵੀ ਉਸੇ ਤਰ੍ਹਾਂ ਤੁਰਨਾ ਮਹਿਸੂਸ ਕਰਦਾ ਹੈ। ਰਹਾਓ
ਜਿਹੜੇ ਗੁਰੂ ਦੇ ਮਾਰਗ ਤੇ, ਰੱਬ ਦੇ ਮਾਰਗ ਤੇ ਤੁਰਦੇ ਨੇ ਨਾ, ਫਿਰ ਉਹਨਾਂ ਵਰਗੀ ਭਾਵਨਾ, ਉਹਨਾਂ ਵਰਗਾ ਜਜ਼ਬਾ ਸਾਨੂੰ ਮਿਲ ਜਾਂਦਾ ਹੈ ਤੇ ਗੁਰੂ ਦੇ ਮਾਰਗ ਤੇ ਜਿਹੜਾ ਜਿਹੜਾ ਸੰਗ ਕਾਫਲਾ ਤੁਰਦਾ ਹੈ ਨਾ, ਉਸ ਸੰਗ ਨਾਲ ਮਿਲਾ ਦਿੰਦੇ ਨੇ। ਆਖੋ ਵਾਹਿਗੁਰੂ। ਜਿਸ ਹੋਏ ਦਇਆਲ ਤਿਸ ਆਪ ਮਿਲਾਵੈ, ਜਿਨ੍ਹਾਂ ਤੇ ਵਾਹਿਗੁਰੂ ਜੀ ਦਇਆ ਕਰਦੇ ਨੇ, ਉਹਨਾਂ ਨੂੰ ਆਪੇ ਮਿਲਾ ਦਿੰਦੇ ਨੇ। ਉਸ ਤਰ੍ਹਾਂ ਦੇ ਸਮੀਕਰਨ ਵਿਚਾਰਾਂ ਵਿੱਚ, ਸੋਚਾਂ ਵਿੱਚ, ਭਾਵਨਾਵਾਂ ਵਿੱਚ ਤੇ ਜ਼ਿੰਦਗੀ ਦੇ ਚਾਰ ਚੁਫੇਰੇ ਉਸ ਤਰ੍ਹਾਂ ਦੇ ਸਮੀਕਰਨ ਵਾਹਿਗੁਰੂ ਜੀ ਬਣਾ ਦਿੰਦੇ ਨੇ। ਸਰਬ ਨਿਧਾਨ ਗੁਰੂ ਤੇ ਪਾਵੈ। ਇਸ ਤਰ੍ਹਾਂ ਇਹ ਸਾਰਾ ਜੋ ਖਜ਼ਾਨਾ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਕਰਨਾ ਹੈ, ਸਿੱਖਣਾ ਹੈ, ਸਮਝਣਾ ਹੈ, ਜ਼ਿੰਦਗੀ 'ਚ ਲਾਗੂ ਕਰਨਾ ਹੈ। ਆਪ ਤਿਆਗ ਮਿਟੈ ਆਵਣ ਜਾਣਾ। ਪਰ ਇਹ ਮਨ ਗੁਰੂ ਦੇ ਹੁਕਮ ਮੰਨਣ ਤੋਂ ਡਰਦਾ ਹੈ, ਇਹਨੂੰ ਔਖਾ ਲੱਗਦਾ ਹੈ, ਦੂਸਰੇ ਪਾਸੇ ਦੀ ਖਿੱਚ ਹੈ। ਉਹ ਜਿਹੜਾ ਆਵਣਾ ਜਾਵਣਾ ਹੈ ਨਾ, ਉਹ ਤਦ ਹੀ ਮਿਟੇਗਾ ਜੇ ਆਪ ਤਿਆਗ, ਸੁਭਾਅ ਦਾ ਹੰਕਾਰ ਛੱਡ ਦੇ, ਸੋਚ ਦਾ ਹੰਕਾਰ ਛੱਡ ਦੇ। ਮੰਨ ਲੈ ਸੁਭਾਅ ਵਿੱਚ ਕਮਜ਼ੋਰੀਆਂ, ਮੰਨ ਲੈ ਸੋਚ ਵਿੱਚ ਕਮਜ਼ੋਰੀਆਂ ਨੇ, ਗੁਰੂ ਨੂੰ ਸਮਰਪਿਤ ਹੋ, ਤੁਰਨਾ ਸ਼ੁਰੂ ਕਰ, ਵਿਘਨ ਰੁਕਾਵਟਾਂ ਤੋਂ ਡਰਨਾ ਬੰਦ ਕਰ। ਸਾਧ ਕੈ ਸੰਗ ਪਾਰ ਬ੍ਰਹਮ ਪਛਾਣਾ। ਫਿਰ ਗੁਰੂ ਦਾ ਸੰਗ ਹੋਏਗਾ, ਗੁਰੂ ਦੇ ਉਪਦੇਸ਼ ਮੰਨਣਾ ਗੁਰੂ ਦਾ ਸੰਗ ਹੈ। ਇਹਦੇ ਨਾਲ ਪਾਰ ਬ੍ਰਹਮ ਪਛਾਣਾ ਭਾਵ ਡੂੰਘੀ ਸਾਂਝ ਪਏਗੀ, ਗੂੜੀ ਪ੍ਰੀਤ ਪੈ ਜਾਏਗੀ ਰੱਬ ਦੇ ਨਾਲ। ਜਨ ਉੱਪਰ ਪ੍ਰਭ ਭਏ ਦਇਆਲ। ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੇ ਉੱਪਰ ਦਇਆ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਹੱਥ ਦੇ ਕੇ ਸਮੇਂ ਸਮੇਂ ਤੇ ਰੱਖਦੇ ਨੇ। ਜਨ ਕੀ ਟੇਕ ਏਕ ਗੋਪਾਲ। ਫਿਰ ਗੁਰੂ ਦੇ ਸੇਵਕਾਂ ਨੂੰ ਇੱਕੋ ਇੱਕ ਟੇਕ ਗੋਪਾਲ ਵਾਹਿਗੁਰੂ ਜੀ ਦੀ ਹੈ। ਏਕਾ ਲਿਵ ਏਕੋ ਮਨ ਭਾਓ। ਉਹਨਾਂ ਦੇ ਅੰਦਰ ਵਾਹਿਗੁਰੂ ਜੀ ਵਾਲੀ ਲਿਵ ਹੈ ਤੇ ਮਨ ਵਿੱਚ ਵਾਹਿਗੁਰੂ ਜੀ ਦਾ ਹੀ ਪਿਆਰ ਹੈ, ਗੂੜਾ ਪਿਆਰ, ਜਜ਼ਬਾ। ਸਰਬ ਨਿਧਾਨ ਜਨ ਕੈ ਹਰਿ ਨਾਮ। ਫਿਰ ਰੱਬ ਦੇ ਪਿਆਰਿਆਂ ਕੋਲ ਗੁਰੂ ਦਾ ਦਿੱਤਾ ਹੋਇਆ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ, ਇਹ ਵੀ ਸਭ ਤੋਂ ਵੱਡਾ ਖਜ਼ਾਨਾ ਹੈ ਉਹਨਾਂ ਦੇ ਕੋਲ। ਇਸੇ ਕਰਕੇ ਉਹਨਾਂ ਦੇ ਅੰਦਰ ਅਮੀਰੀ ਹੈ, ਬਾਹਰੋਂ ਭੁੱਖੇ ਮਰਦੇ ਹੋਏ ਵੀ ਅੰਦਰ ਅਮੀਰੀ ਹੈ। ਆਖੋ ਵਾਹਿਗੁਰੂ। ਪਾਰ ਬ੍ਰਹਮ ਸਿਉਣ ਲੱਗੀ ਪ੍ਰੀਤ। ਵਾਹਿਗੁਰੂ ਜੀ ਦੇ ਨਾਲ ਗੂੜੀ ਪ੍ਰੀਤ ਲੱਗ ਜਾਂਦੀ। ਨਿਰਮਲ ਕਰਨੀ ਸਾਚੀ ਰੀਤ। ਉਹਦੇ ਨਾਲ ਜ਼ਿੰਦਗੀ ਦੀ ਮਰਿਆਦਾ, ਜ਼ਿੰਦਗੀ ਦਾ ਜੀਵਨ ਜਿਉਣ ਦਾ ਤਰੀਕਾ ਬਾਕਮਾਲ ਹੁੰਦਾ ਹੈ ਤੇ ਉਹ ਕਰਮ ਬੜੇ ਨਿਰਮਲ ਹੁੰਦੇ ਨੇ, ਸ਼ੁਭ ਅਮਲ ਤੇ ਪਰਉਪਕਾਰੀ ਕਰਮ ਹੁੰਦੇ ਨੇ। ਗੁਰ ਪੂਰੈ ਮੇਟਿਆ ਅੰਧਿਆਰਾ। ਪੂਰੇ ਗੁਰੂ ਨੇ ਗੁਰ ਸਰੂਪ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਜਦੋਂ ਸੋਝੀ ਦਿੱਤੀ, ਅੰਦਰੋਂ ਨਾ ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ। ਨਾਨਕ ਕਾ ਪ੍ਰਭਾ ਪਰ ਅਪਾਰਾ। ਫਿਰ ਸਮਝ ਲੱਗਦੀ, ਸਤਿਗੁਰੂ ਜੀ ਕਹਿੰਦੇ ਨਾਨਕ ਦਾਤਾ ਇੱਕੋ ਇੱਕ ਬਿਆਨ ਤੋਂ ਵਾਹਿਗੁਰੂ ਜੀ ਹੈ, ਉਹੀ ਓਟ ਆਸਰਾ ਹੈ। ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਜੀਵਨ ਜਿਉਣ ਦੀ ਚੇਤਨਾ, ਸਿੱਖਿਆ ਗੁਰੂ ਸਾਹਿਬ ਦੇ ਰਹੇ ਨੇ। ਸਤਿਗੁਰੂ ਕਿਰਪਾ ਕਰਨ, ਸਾਡੇ ਸਾਰਿਆਂ ਦੇ ਮਨਾਂ ਤੇ ਪ੍ਰਭਾਵ ਬਣੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।